Good morning, students. So we are today starting with the lesson 3 of chapter 2. Chapter 2 ਦਾ ਬੇਟਾ ਜਿਹੜਾ previous day ਸੀਗਾ ਆਪਣਾ ਉਹਦੇ ਵਿੱਚ ਮੈਂ ਤੁਹਾਨੂੰ ਮੈਕਸਵੈਲ ਬੋਲਟਜ਼ਮੈਨ ਡਿਸਟ੍ਰੀਬਿਊਸ਼ਨ ਲਾ ਦੀ ਡੈਰੀਵੇਸ਼ਨ ਕਰਵਾ ਰਹੀ ਸੀਗੀ। ਮੈਕਸਵੈਲ ਬੋਲਟਜ਼ਮੈਨ ਡਿਸਟ੍ਰੀਬਿਊਸ਼ਨ ਲਾ ਦੇ ਵਿੱਚ ਕੀ ਸੀ ਕਿ ਗੈਸਿਸ ਦੇ ਕੇਸ 'ਚ ਜਿਹੜੀ ਪਾਰਟੀਕਲਸ ਦੀ ਡਿਸਟ੍ਰੀਬਿਊਸ਼ਨ ਹੁੰਦੀ ਹੈ ਉਹ ਡਿਸਟ੍ਰੀਬਿਊਸ਼ਨ ਮੈਕਸਵੈਲ ਦੇ ਅਕੋਰਡਿੰਗ ਆ ਰਿਲੇਸ਼ਨ ਡਿਵੈਲਪ ਹੁੰਦਾ ਹੈ। Ni ਨੰਬਰ ਆਫ ਪਾਰਟੀਕਲਸ ਇਨ ਪਰਟੀਕੂਲਰ ਸੈੱਲ ਇਜ਼ ਇਕੁਅਲ ਟੂ Gi e raised to the power minus alpha e raised to the power minus beta ui। ਇਹ ਆਪਣੇ ਕੋਲ ਬੇਟਾ ਲਾਸਟ ਟਾਈਮ ਆਇਆ ਸੀਗਾ। ਇਹਦੇ 'ਚ ਨੰਬਰ ਆਫ ਪਾਰਟੀਕਲਸ ਗਿਵਨ ਨੇ ਪਰਟੀਕੂਲਰ ਆਇਤ ਸੈੱਲ ਦੇ ਵਿੱਚ। ਸੈੱਲ ਕੀ ਹੈ Gi, ਕਿਹੜਾ ਸੈੱਲ ਨੰਬਰ ਹੈ ਉਹ 'ਚ ਐਲਫਾ ਬੀਟਾ ਦੋ ਕੌਂਸਟੈਂਟਸ ਅਪੀਅਰ ਹੋ ਰਹੇ ਸੀ। ਐਲਫਾ ਨੰਬਰ ਆਫ ਪਾਰਟੀਕਲਸ ਦਾ ਸੀ, ਬੀਟਾ ਐਨਰਜੀ ਦਾ ਕੌਂਸਟੈਂਟ ਸੀਗਾ। ਤਾਂ ਇੱਥੇ ਆਪਾਂ ਨੇ ਹੁਣ ਕੀ ਕਰਨਾ ਹੈ ਕਿ ਜਿਹੜੇ ਇਹ ਐਲਫਾ ਅਤੇ ਬੀਟਾ ਕੌਂਸਟੈਂਟਸ ਨੇ ਇਹਨਾਂ ਦੀਆਂ ਵੈਲਿਊਜ਼ ਕੈਲਕੂਲੇਟ ਕਰਨੀਆਂ ਨੇ। ਉਹ ਵੈਲਿਊਜ਼ ਕੈਲਕੂਲੇਟ ਕਰਨ ਤੋਂ ਬਾਅਦ ਆਪਾਂ ਇਸ ਇਕੁਏਸ਼ਨ 9 ਨੰਬਰ 'ਚ ਪੁੱਟ ਕਰ ਦਾਂਗੇ। ਤਾਂ ਇਨੀਸ਼ੀਅਲੀ ਆਪਾਂ ਫਾਈਂਡ ਆਊਟ ਕਰਦੇ ਹਾਂ ਵੈਲਿਊ e ਰੇਜ਼ ਟੂ ਦੀ ਪਾਵਰ ਮਾਈਨਸ ਐਲਫਾ ਦੀ। ਹੁਣ ਦੇਖੋ ਇਕੁਏਸ਼ਨ ਨੰਬਰ ਜਿਹੜੀ 9 ਹੈ ਉਹ ਆਪਾਂ ਨੂੰ ਨੰਬਰ ਆਫ ਪਾਰਟੀਕਲਸ ਦੱਸ ਰਹੀ ਹੈ। ਹੁਣ ਇਹ ਨੰਬਰ ਆਫ ਪਾਰਟੀਕਲਸ ਦਾ ਜਿਹੜਾ ਐਕਸਪ੍ਰੈਸ਼ਨ ਹੈ ਬੇਟਾ n ਆਇਤ, ਐਕਚੁਅਲੀ ਇਹਨੂੰ ਆਪਾਂ ਸਟੈਪ ਬਾਏ ਸਟੈਪ ਕਨਵਰਟ ਕਰਾਂਗੇ। ਮਤਲਬ NP 'ਚ ਵੀ ਕਨਵਰਟ ਕਰ ਸਕਦੇ ਹਾਂ, NU 'ਚ ਵੀ ਕਨਵਰਟ ਕਰ ਸਕਦੇ ਹਾਂ, NV 'ਚ ਵੀ ਕਨਵਰਟ ਕਰ ਸਕਦੇ ਹਾਂ। NP ਦਾ ਕੀ ਮਤਲਬ ਹੈ? NP ਮਤਲਬ ਉਹ ਪਾਰਟੀਕਲਸ ਜਿਨ੍ਹਾਂ ਦਾ ਮੋਮੈਂਟਮ, ਮਤਲਬ ਅਗਰ ਸਾਨੂੰ ਮੋਮੈਂਟਮ ਦੀ ਰੇਂਜ ਪਤਾ ਹੈ ਕਿ ਪਾਰਟੀਕਲਸ ਦਾ ਮੋਮੈਂਟਮ P ਤੋਂ P + DP ਦੀ ਰੇਂਜ 'ਚ ਹੈ, ਤਾਂ ਉੱਥੇ ਆਪਾਂ ਇਹੀ ਇਕੁਏਸ਼ਨ ਨੂੰ ਮੋਡੀਫਾਈ ਕਰਕੇ NP ਦੀ ਫਾਰਮ 'ਚ ਲਿਖ ਲਾਂਗੇ। ਅਗਰ ਸਾਨੂੰ એનર્ਜੀ ਪਤਾ ਹੈ ਕਿ ਪਾਰਟੀਕਲਸ ਦੀ એનર્ਜੀ U ਤੋਂ ਲੈ ਕੇ U + DU 'ਚ ਹੈ, ਤਾਂ ਆਪਾਂ ਇਸੀ ਐਕਸਪ੍ਰੈਸ਼ਨ ਨੂੰ ਕਨਵਰਟ ਕਰਾਂਗੇ NU ਦੇ ਵਿੱਚ ਵੀ ਉਹ ਪਾਰਟੀਕਲਸ ਕਿੰਨੇ ਨੇ ਜਿਨ੍ਹਾਂ ਦੀ એનર્ਜੀ U to U + DU ਹੈ। ਅਗਰ ਸਾਨੂੰ ਸਪੀਡ ਪਤਾ ਹੈ, ਕਿਉਂਕਿ ਸਪੀਡ ਇਜ਼ ਆਲਸੋ ਡਾਇਰੈਕਟਲੀ ਰਿਲੇਟਿਡ ਟੂ એનર્ਜੀ, ਤਾਂ ਅਗਰ ਸਾਨੂੰ ਸਪੀਡ ਪਤਾ ਹੈ ਤਾਂ ਉਹ ਪਾਰਟੀਕਲਸ ਜਿਨ੍ਹਾਂ ਦੀ ਸਪੀਡ V ਤੋਂ ਲੈ ਕੇ V + DV ਦੇ ਵਿੱਚ ਹੈ, ਉਹ ਪਾਰਟੀਕਲਸ ਦੀ ਡਿਸਟ੍ਰੀਬਿਊਸ਼ਨ ਕੀ ਹੈ? ਉਹ ਪਾਰਟੀਕਲਸ ਦੀ ਡਿਸਟ੍ਰੀਬਿਊਸ਼ਨ ਨੂੰ ਲਿਖਾਂਗੇ ਅਸੀਂ ਬੇਟਾ NV ਦੇ ਨਾਲ। ਕਲੀਅਰ ਹੈ? ਤਾਂ ਇਹੀ ਜਿਹੜਾ ਆਪਣਾ ਐਕਸਪ੍ਰੈਸ਼ਨ ਹੈ Ni ਕੈਨ ਬੀ ਕਨਵਰਟਿਡ ਫॉर ਮੋਮੈਂਟਮ, ਫॉर એનર્ਜੀ ਐਂਡ ਫॉर ਸਪੀਡ। ਸੋ ਅਗਰ ਅਸੀਂ ਇਸੇ ਐਕਸਪ੍ਰੈਸ਼ਨ ਨੂੰ ਲਿਖਦੇ ਹਾਂ P ਦੀ ਫਾਰਮ 'ਚ, NP/DP ਇਜ਼ ਇਕੁਅਲ ਟੂ GP e ਰੇਜ਼ ਟੂ ਦੀ ਪਾਵਰ ਮਾਈਨਸ ਐਲਫਾ ਮਾਈਨਸ ਬੀਟਾ UP/DP। ਠੀਕ ਹੈ ਜੀ। DP ਬੇਟਾ ਕਿਉਂ ਲਿਖਿਆ DP? ਬਿਕੋਜ਼ ਨਾਓ ਵੀ ਹੈਵ ਰੇਂਜ ਕੀ ਹੈ P ਤੋਂ ਲੈ ਕੇ P + DP। ਤਾਂ ਹੁਣ UP ਜਿਹੜਾ ਹੈ એનર્ਜੀ, U ਹੇਅਰ ਇਜ਼ ਅ ਸਿੰਬਲ ਫॉर એનર્ਜੀ। એનર્ਜੀ ਦਾ ਮੋਮੈਂਟਮ ਦੇ ਨਾਲ ਕੀ ਰਿਲੇਸ਼ਨ ਹੁੰਦਾ? P²/2m। ਇਹ ਸਾਨੂੰ ਕਿਉਂ ਜ਼ਰੂਰਤ ਪੈ ਰਹੀ ਹੈ? ਕਿਉਂਕਿ ਬੇਟਾ ਇੱਥੇ ਤੁਹਾਡੇ ਕੋਲ ਇੱਕ ਵੈਲਿਊ ਪਈ ਹੈ U એનર્ਜੀ ਦੀ, ਇਹਨੂੰ ਵੀ ਸਾਨੂੰ ਕਨਵਰਟ ਕਰਨਾ ਪੈਣਾ ਮੋਮੈਂਟਮ ਦੀ ਫਾਰਮ 'ਚ। ਤਾਂ ਆਪਾਂ ਮੋਮੈਂਟਮ ਤੇ એનર્ਜੀ ਦਾ ਰਿਲੇਸ਼ਨ ਦੇਖ ਰਹੇ ਹਾਂ, U = P²/2m। ਤਾਂ ਇਹ UP ਦੀ ਵੈਲਿਊ ਆਪਾਂ ਇੱਥੇ ਪੁੱਟ ਕਰਤੀ। ਸੋ ਵੀ ਓਬਟੇਨ ਇਕੁਏਸ਼ਨ ਨੰਬਰ 11। ਹੁਣ ਦੇਖੋ ਇੱਥੇ DP ਪਿਆ GP/DP, ਇਹ ਇਕੱਠਾ ਲਿਖ ਲਿਆ GP/DP। ਹੁਣ GP/DP ਕੀ ਹੈ? GP/DP ਹੈਗੇ ਨੇ ਆਪਣੇ ਨੰਬਰ ਆਫ ਸੈੱਲਸ। ਤਾਂ ਨੰਬਰ ਆਫ ਸੈੱਲਸ ਦਾ ਇੱਕ ਕਾਮਨ ਫਾਰਮੂਲਾ ਆਪਣੇ ਕੋਲ ਆਇਆ ਸੀ 4πVH0³ P²/DP। ਹੇਅਰ H0 ਇਜ਼ ਪਲੈਂਕਸ ਕੌਂਸਟੈਂਟ। ਸੋ ਆਪਣਾ NP/DP ਫਿਰ ਕੀ ਬਣ ਗਿਆ? ਇੱਥੇ ਵੈਲਿਊ ਪੁੱਟ ਕਰ ਦਿਓ GP/DP ਦੀ 4πVH0³ P²/DP and e raised to the power minus alpha e raised to the power minus beta P²/2m and it is equation number 12। ਹੁਣ ਕਲੀਅਰ ਹੈ ਬੇਟਾ? ਦੇਖੋ ਹੁਣ ਮੋਮੈਂਟਮ ਹੈ, ਪਾਰਟੀਕਲ ਦਾ ਮੋਮੈਂਟਮ ਇਹ ਤਾਂ ਹੈ ਨਹੀਂ ਕਿ ਉਹ ਇਨਫਾਈਨਾਈਟ ਹੋ ਜਾਊਗਾ। ਤਾਂ ਪਾਰਟੀਕਲ ਦੇ ਮੋਮੈਂਟਮ ਦੀ ਇੱਕ ਰੇਂਜ ਹੋਊਗੀ ਕਿ ਉਹਦਾ ਮੈਕਸਿਮਮ ਮੋਮੈਂਟਮ ਕਿੰਨਾ ਹੋ ਸਕਦਾ ਹੈ। ਮਤਲਬ ਜਿਹੜਾ ਪਾਰਟੀਕਲ ਹੈ, ਕਿਉਂਕਿ ਮੋਮੈਂਟਮ ਇਜ਼ ਮਾਸ ਇਨਟੂ ਵੈਲੋਸਿਟੀ, ਉਹ ਕਿੰਨੀ ਮੈਕਸਿਮਮ ਵੈਲੋਸਿਟੀ ਐਕਵਾਇਰ ਕਰ ਸਕਦਾ ਹੈ, ਉਹਦੇ 'ਚ ਮੈਕਸਿਮਮ એનર્ਜੀ ਕਿੰਨੀ ਹੈ। ਤਾਂ ਅਗਰ ਅਸੀਂ ਡਿਸਾਈਡ ਕਰ ਲੈਂਦੇ ਹਾਂ ਕਿ PM ਇਜ਼ ਦਾ ਮੈਕਸਿਮਮ ਮੋਮੈਂਟਮ, ਮੈਕਸਿਮਮ ਵੈਲਿਊ ਆਫ ਦਾ ਮੋਮੈਂਟਮ, ਤਾਂ ਉਸ ਰੇਂਜ ਦੇ ਵਿੱਚ ਆਪਣੇ ਕੋਲ ਟੋਟਲ ਨੰਬਰ ਆਫ ਮੋਲੀਕਿਊਲਸ ਕਿੰਨੇ ਨੇ?
टोटल नंबर ऑफ मॉलिक्यूल्स फ्रॉम 0 to PM NPDP उस रेंज ਦੇ ਵਿੱਚ ਕਿੰਨੇ ਪਏ ਨੇ ਉਹ ਸਾਰਿਆਂ ਦੇ ਕੀ ਹੋ ਗਿਆ ਇੰਟੀਗ੍ਰੇਸ਼ਨ ਕਰ ਲਾਂਗੇ ਫॉर द लिमिट्स 0 to PM। ਹੁਣ ਇਹ ਦੇਖੋ ਇਹਨੇ ਲਿਮਿਟ ਕਨਵਰਟ ਕਰ ਲਈ PM ਟੂ ਇਨਫਿਨਿਟੀ। ਉਹਦਾ ਰੀਜ਼ਨ ਕੀ ਹੈ ਕਿਉਂਕਿ ਪਾਰਟੀਕਲ ਮੈਕਸਿਮਮ ਮੋਮੈਂਟਮ ਪੋਜੈਸ ਕਰ ਰਹੇ ਨੇ PM ਤਾਂ ਅਗਰ ਅਸੀਂ ਉਹਨੂੰ ਅੱਗੇ ਵੀ ਬੇਟਾ ਐਕਸਟੈਂਡ ਕਰ ਲਾਂਗੇ ਇਨਫਿਨਿਟੀ ਤੱਕ ਐਕਸਟੈਂਡ ਕਰ ਲਾਂਗੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਚਾਹੇ ਤੁਸੀਂ ਉਹਨੂੰ PM ਤੱਕ ਲਿਖ ਲਓ ਚਾਹੇ ਇਨਫਿਨਿਟੀ ਤੱਕ ਲਿਖ ਲਓ। ਇਹ ਸਿਰਫ ਇਸ ਇੰਟੈਗਰਲ ਨੂੰ ਸੋਲਵ ਕਰਨ ਦੇ ਲਈ ਇਹਦੀ ਲਿਮਿਟ ਐਕਸਟੈਂਡ ਕੀਤੀ ਹੈ ਫਰੋਮ 0 to ਇਨਫਿਨਿਟੀ। ਤਾਂ ਇਹ ਇਕੁਏਸ਼ਨ ਦੁਆਰਾ ਲਿਖੀ ਹੋਈ ਹੈ ਦੇਖੋ ਮੈਂ n ਇਜ਼ ਇਕੁਅਲ ਟੂ ਫਰੋਮ 0 to ਇਨਫਿਨਿਟੀ NPDP। ਹੁਣ ਆਪਾਂ NPDP ਪੁੱਟ ਕਰਨਾ ਹੈ। NPDP ਬੇਟਾ ਨੰਬਰ ਆਫ ਪਾਰਟੀਕਲਸ ਨੇ ਜਿਨ੍ਹਾਂ ਦਾ ਮੋਮੈਂਟਮ P ਤੋਂ ਲੈ ਕੇ P plus DP ਦੇ ਵਿੱਚ ਹੈ। ਤਾਂ ਆਪਣੀ ਇਕੁਏਸ਼ਨ ਨੰਬਰ 12 ਬਣੀ ਸੀਗੀ NPDP ਦੀ। ਆ ਸਾਰੀ ਇਕੁਏਸ਼ਨ ਨੂੰ ਆਪਾਂ ਇੱਥੇ ਪੁੱਟ ਕਰਤਾ NPDP ਦੀ ਇਕੁਏਸ਼ਨ ਨੰਬਰ 12 ਨੂੰ ਸਾਰੀ ਨੂੰ ਇੱਥੇ ਪੁੱਟ ਕਰਤਾ। ਇਹ ਪੁੱਟ ਕਰਨ ਤੋਂ ਬਾਅਦ 4πVH0 ਕਿਊਬ e रेज़ टू दी पावर माइनस एल्फा बाहर आ गया क्योंकि बेटा इंटीग्रेशन जी होनी है वो P वाली टर्म्स की होनी क्योंकि DP पे है। दैट्स वाई इतने अपने को इंटैग्रल्स की रह गया P स्केयर e रेज़ टू दी पावर माइनस बीटा P स्केयर अपॉन 2m DP। हुण स्टैंडर्ड इंटैग्रल्स के नाल सॉल्व होंगे क्योंकि इन्हां दा इंटैग्रल इटसैल्फ अपने आप च एक आर्टिकल है। दैट्स वाई आप इन्हां दी बेटा स्टैंडर्ड वैल्यूज़ इत्थे यूज़ करांगे। देखो इस तरह का इंटैग्रल बन रहा तुहाडे कोल एक्स स्केयर ई रेज़ टू दी पावर माइनस ए एक्स स्केयर डी एक्स। देखो सेम इंटैग्रल बन रहा है। ਇਹਦਾ आंसर की आऊगा 1/4 पाई अपॉन ए क्यूब ਦਾ 1/2। ਹੁਣ अगर ਅਸੀਂ ਧਿਆਨ ਨਾਲ देखिए तो इत्थे ए की वैल्यू अपने कोल कितनी है बीटा अपॉन 2m है। देखो एक्स स्केयर पी स्केयर ई रेज़ टू दी पावर माइनस ए एक्स स्केयर इत्थे की पे माइनस बीटा पी स्केयर अपॉन 2m पे है। दैट मीनस कि इत्थे अपने कोल वैल्यू की है ए दी बीटा अपॉन 2m है। तो अगर असी इस इंटैग्रल नू सॉल्व करते हैं तो अपने कोल आंसर की बनूगा अकॉर्डिंग टू दिस 1/4 पाई ए कितना सीगा बीटा अपॉन 2m दा क्यूब रेज़ टू दी पावर 1/2। क्लीयर है। तो देखो जो तुम इन्होंने वैल्यूज़ में बेटा एडजस्ट करोगे इन्हों पावर्स में एडजस्ट करोगे देखो जिस तरह 4 पे है इतने 4 पे है इतने पाई पे है इतने पाई पे है। तो एल्जैब्रिक कैलकुलेशनस करन तो बाद जो तुम इतों ई रेज़ टू दी पावर माइनस एल्फा की वैल्यू फाइंड आउट करोगे ये सारी वैल्यू उधर चली जाऊगी। तो थोड़े को एल्फा की वैल्यू ई रेज़ टू दी पावर एल्फा की वैल्यू NH0 क्यू V बीटा अपॉन 2πm का 3/2 बन रही है। लेट इट्स इक्वेशन नंबर 14। नैक्सट है अपने बीटा की वैल्यू कैलकुलेट करनी है। तो बीटा की वैल्यू कैलकुलेट करने के लिए पहला तुसी 14 नंबर इक्वेशन नू 12 नंबर च पुट करो। आ बन रही सी बेटा 12 नंबर इत्थे ई रेज़ टू दी पावर माइनस एल्फा की वैल्यू पुट करो। ठीक है। उस तो बाद अगर असी ई रेज़ टू दी पावर माइनस एल्फा की वैल्यू पुट करते हैं देखो इक्वेशन नंबर 12 इत्थे रख रही है बेटा मैं पैरेलल 4πVH0 क्यूब पी स्केयर DP आ पे अपने कोल ई रेज़ टू दी पावर माइनस एल्फा की जी वैल्यू है वो सारी अपने कोल यही आई है। आ सारी इत्थे पुट होगी NH0 क्यूब V बीटा अपॉन 2πm का 3/2 ई रेज़ टू दी पावर माइनस बीटा P स्केयर अपॉन 2m इंटू DP। क्लीयर है। तो इतों NPDP की बन गया NPDP की है बेटा देखो 4πn क्योंकि H0 क्यूब नाल H0 क्यूब कटिया गया। ठीक है। इस तरह V नाल V कटिया गया कुछ वैल्यूज़ कैंसल हो जाएगियाँ तो थोड़े को बीटा अपॉन 2πm 3/2 इधर की बच गया आ P स्केयर पे है आह की पे है एक्सपोनेंशियल दी पावर माइनस बीटा P स्केयर अपॉन 2m DP पे है। सो इट्स इक्वेशन नंबर 15। इक्वेशन नंबर 15 बेटा मैं द्वारा लिखी हुई है। हुण देखो इक्वेशन नंबर 15 आ गई अपने को ये जी इक्वेशन है दैट इज़ इन द फॉर्म ऑफ मोमेंटम। ये मोमेंटम की फॉर्म च P की फॉर्म च है। हुण असी एल्फा तो कैलकुलेट कर चुके हैं असी बीटा कैलकुलेट करना है। बीटा इज़ द कॉन्सटेंट ऑफ एनर्जी। हुण असी की करांगे कि आ वाली जिहड़ी इक्वेशन है ये सारी इक्वेशन नूं कन्वर्ट कर लांगे एनर्जी की फॉर्म च। तो एनर्जी की फॉर्म च कन्वर्ट करने लिए की करना पऊगा सानूं मोमेंटम का रिलेशन देखना पऊगा एनर्जी के नाल। ठीक है जी। एनर्जी यू की सीगी P स्केयर अपॉन 2m सी तो P स्केयर की बन गया 2mu बन गया। पर क्योंकि उरे अपने को DP भी पे है तो आप DP भी फाइंड आउट करना इन द फॉर्म ऑफ u। तो आप इसकी डिफरेंशिएशन कर लाँगे 2p DP इज इक्वल टू 2m du और DP अपने को की आ गया 2 नाल बेटा 2 कैंसल हो गया ये बन गया अपने को m du अपॉन P बन गया। इतने फिर P अपीयर हो गया
पी नूं फिर आपां ने यू दी फॉर्म च लिखना है, तो पी दी वैल्यू की हो जूगी √2mu du बन गया। एम ऊपर भी पे एम नीचे भी पे, एम ऊपर 1 है नीचे 1/2 है, 1 - 1/2 करांगे तो उन्हें 1/2 बन जाने। सो एक्चुअली च डी पी की अपने को सारी वैल्यू की आ गई √m/2u × du। तो आप सारी इक्वेशन हुण एनर्जी की फॉर्म च कन्वर्ट कर लैने आ। तो एन पी की हो गया NU du 4πn β/2πm 3/2 एज इट इज़। p² है, p² 2mu है, e⁻⁻β p²/2mu बन गया। तो dp की वैल्यू कितनी है अपने को दिस वैल्यू। तो अगर तुम ये वैल्यूज़ नूं बेटा इकट्ठियां करदे हो, देखो m पे है, इत्थे पाई पे है, इत्थे पाई की पावर 3/2 पई है, सारिया वैल्यूज़ नूं अरेंज करते हो तो तुहाडे कोल वैल्यू बन गई 2n/√π/u β 3/2 e⁻⁻β du। दिस इज इक्वेशन नंबर 16। तो ये अपने को पार्टिकल्स आ गए जिन्हां दी एनर्जी, वो नंबर ऑफ पार्टिकल्स आ गए जिन्हां दी एनर्जी u तो लैके u + du दे विच स्टैंड करती है। ਹੁਣ नैक्सट स्टैप की है, अगर असी काइनैटिक थ्योरी ऑफ गैसिस लगाने कहता हर एक मॉलीक्यूल है जिहड़ा वो एवरेज जिहड़ी काइनैटिक एनर्जी पोजैस करता है दैट इज़ 3/2 kT। हर एक मॉलीक्यूल काइनैटिक थ्योरी ऑफ गैसिस के अकॉर्डिंग 3/2 kT एनर्जी पोजैस करता है। ਇਹਦਾ मतलब ਉਹਦੀ टोटल एनर्जी कितनी होगी? अगर एक मॉलीक्यूल इन्नी पोजैस करता है तो NU DU किन्ने करनगे? NU DU नूं आपां मल्टीप्लाई कर देंगे U दे नाल। क्लीयर है? तो देखो बेटा टोटल एनर्जी कितनी होगी 0 to इनफिनिटी। NU DU की है? NU DU ने नंबर ऑफ पार्टिकल जिन्हां दी एनर्जी U तो U + du दे विच है। तो ये नंबर ऑफ पार्टिकल्स ने टोटल इंटू U जिन्नी एनर्जी हैगी है, तो सानू टोटल एनर्जी पता लग जूगी। काइनैटिक थ्योरी की कहती है कि टोटल एनर्जी 3/2 kT के बराबर होगी। तो जे एक दी इन्नी है एन दी किन्नी होगी? एन नाल की हो गया मल्टीप्लाई हो गया। तो काइनैटिक थ्योरी के अकॉर्डिंग टोटल एनर्जी इज इक्वल टू 3/2 kT ऑफ द मॉलीक्यूल्स। क्लीयर है? तो 3/2 n kT इज इक्वल टू NU DU किन्ना है दिस इक्वेशन नंबर 16। ये सारी इक्वेशन नंबर 16 आपां ने इत्थे पुट करती। इत्थे बेटा फिर देखो एक स्टैंडर्ड इंटैग्रल बन रहा है क्योंकि DU दे कॉरसपॉन्डिंग इंटीग्रेशन होनी है तो जोड़े कॉन्सटेंट फैक्टर्स ने बाहर आ जाएंगे 2n/√π β 3/2। थोड़े को इंटैग्रल की बन गया u दी 3/2 e⁻⁻β। अगर असी ये कंपेयर करिए x 3/2 e⁻⁻ax इज इक्वल टू 3.4a² √π/a। ਇਹਦਾ आंसर है बेटा इस इंटैग्रल के लिए अगर तुसी स्टैंडर्ड फॉर्म यूज़ करते हो तो थोड़ा आंसर ये आ रहा है। सो 3/2 n kT इज इक्वल टू 2n/√π बीटा का 3/2। ये सारे का आंसर की बन गया 3/4। ये अगर आप ध्यान नाल देखिए जो रोल ए दा इत्थे वो बीटा दा तो इत्थे की बन गया 4 β² √π/बीटा। हुण देखो इत्थे अगर तुसी ध्यान नाल देखो बेटा 3 पे है, इधर 3 पे है, ठीक है, n पे है, n नाल n कैंसल हो जाऊगा, पाई एडजस्ट हो जाऊगा, पाई नाल पाई कैंसल हो गया, बीटा का 3/2 पे है, इधर बीटा का नीचे 1/2 पे एक स्क्वेयर पे है। तो ये सारा कुछ जो तुसी एडजस्ट करोगे तो kT इज इक्वल टू 1/β आ जाऊगा, या इन अदर वर्ड्स बीटा की जी वैल्यू है कितनी आ गई 1/kT आ गई। जिस तरह असी e⁻⁻α की वैल्यू कड्ढी सी उसी तरह इतों बीटा की वैल्यू कितनी आ गई 1/kT आ गई। तो ये बीटा की जी वैल्यू है 1/kT ये आप पुट कर देंगे इक्वेशन नंबर 16 दे विच। देखो NU DU 2n/√π √u 1/kT। देखो बीटा सीगा ना इत्थे बीटा का 3/2 सी बट बीटा की वैल्यू की आ गई 1/kT। तो 1/kT का 3/2 e⁻⁻u/kT इंटू du। सो NU DU इन द फॉर्म ऑफ अल्फा एंड बीटा अगर असीं उन्हां दी वैल्यूज़ कैलकुलेट करन तो बाद पुट करने आ तो साडे कोल डिस्ट्रीब्यूशन आ गई पार्टिकल्स की, वो पार्टिकल्स की जिन्हां दी एनर्जी की रेंज है u to u + du। क्लीयर है बेटा? इत्थे तुहाडा एक तरह के नाल जिहड़ा मैक्सवैल डिस्ट्रीब्यूशन ला है वो खत्म हो गया, पर यही एक्सप्रैशन नू फरदर असी जिस तरह मैं तुहानू
ਪਹਿਲਾਂ ਵੀ ਦੱਸ ਕੇ ਚੁੱਕੀ ਹਾਂ ਬੇਟਾ ਕਿ ਸੇਮ ਐਕਸਪ੍ਰੈਸ਼ਨ ਨੂੰ ਆਪਾਂ ਜਿਹੜਾ ਡਿਸਟ੍ਰੀਬਿਊਸ਼ਨ ਹੈ ਉਹਨੂੰ ਡਿਫਰੈਂਟ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਉਹ ਡਿਫਰੈਂਟ ਫਾਰਮ ਕੀ ਹੈ, ਆਇਤ ਸੈੱਲ 'ਚ ਕਿੰਨੇ ਪਏ ਹੈ, ਅਗਰ ਉਹਨਾਂ ਦੀ ਮੋਮੈਂਟਮ ਦੀ ਰੇਂਜ ਪਤਾ ਹੈ, ਅਗਰ ਉਹਨਾਂ ਦੀ એનર્ਜੀ ਦੀ ਪਤਾ ਹੈ, ਇੱਥੇ ਤੱਕ ਪਹੁੰਚ ਚੁੱਕੇ ਹਾਂ ਆਪਾਂ NU ਤੱਕ। ਹੁਣ NV ਫਾਈਂਡ ਆਊਟ ਕਰਨਾ ਹੈ, ਮਤਲਬ ਉਹ ਪਾਰਟੀਕਲਸ ਜਿਨ੍ਹਾਂ ਦੀ ਸਪੀਡ V ਤੋਂ V + dV ਦੇ ਵਿੱਚ ਹੈ। ਤਾਂ ਅਸੀਂ ਕੀ ਕਰਾਂਗੇ, ਇੱਥੇ એનર્ਜੀ ਨੂੰ ਐਕਸਪ੍ਰੈਸ ਕਰ ਲਾਂਗੇ ਇਨ ਦਾ ਫਾਰਮ ਆਫ V। ਤਾਂ એનર્ਜੀ ਕੀ ਹੈ, ਗੈਸ ਮੋਲੀਕਿਊਲਸ ਨੇ, ਰੈਂਡਮਲੀ ਮੂਵਿੰਗ ਨੇ, 1/2m V² ਬਣ ਗਿਆ। DU ਕਿੰਨਾ ਆ ਗਿਆ, 1/2m 2V dV। 2 ਨਾਲ 2 ਕੈਂਸਲ ਹੋ ਗਿਆ, MV dV ਬਣ ਗਿਆ। ਸੋ ਆਪਣੀ ਇਕੁਏਸ਼ਨ ਨੰਬਰ 17 ਨੂੰ ਅਗਰ ਅਸੀਂ V ਦੀ ਫਾਰਮ 'ਚ ਲਿਖਦੇ ਹਾਂ ਤਾਂ NV dV = 2πn / πkT 3/2 √u ਦੀ ਜਗ੍ਹਾ ਤੇ ਕੀ ਆਊਗਾ ਬੇਟਾ, 1/2m V² ਦਾ 1/2 e⁻⁴ u ਦੀ ਜਗ੍ਹਾ ਕੀ ਆ ਗਿਆ, 1/2m V²। KT ਨੀਚੇ ਪਿਆ ਆਲਰੇਡੀ, DU ਦੀ ਵੈਲਿਊ ਕਿੰਨੀ ਹੈ, MV dV ਆ ਗਈ। ਤਾਂ NV dV √2πn, ਅੰਡਰਰੂਟ ਕਿੱਥੋਂ ਆ ਗਿਆ ਬੇਟਾ, ਦੇਖੋ ਉਰੇ ਅੰਡਰਰੂਟ ਨਹੀਂ ਹੈ, ਇੱਥੇ ਅੰਡਰਰੂਟ ਨਹੀਂ ਹੈ, ਇਹ ਤੁਹਾਡੀ ਬੁੱਕ ਦੇ ਵਿੱਚ ਮਿਸਟੇਕ ਹੈ। ਆਪਣੇ ਕੋਲ 2 ਉਰੇ ਪਿਆ, 1 2 ਇੱਥੇ ਨੀਚੇ ਪਿਆ, ਇਹ 2 - 1/2 ਕਰਾਂਗੇ ਤਾਂ √2 ਬਣ ਜੂਗਾ πn। ਇਸ ਤਰ੍ਹਾਂ ਹੀ ਅਗਰ ਤੁਸੀਂ ਸਾਰੀਆਂ ਵੈਲਿਊਜ਼ ਨੂੰ ਅਰੇਂਜ ਕਰਦੇ ਹੋ ਬੇਟਾ, ਇਟਸ ਐਲਜੈਬਰਿਕ, ਇਹ ਸਾਰਾ ਐਲਜੈਬਰਿਕ ਹੈ। ਸਾਰੀਆਂ ਵੈਲਿਊਜ਼ ਨੂੰ ਤੁਸੀਂ ਕਲੈਕਟ ਕਰਨਾ ਜਿਹੜੇ ਅਲੱਗ-ਅਲੱਗ ਪਈਆਂ ਨੇ। ਤਾਂ ਤੁਹਾਡੇ ਕੋਲ NV dV ਦਾ ਇੱਕ ਨੈਟਸ਼ੈਲ ਐਕਸਪ੍ਰੈਸ਼ਨ ਕੀ ਬਣ ਜਾਣਾ, √2πn m / πkT 3/2 V² e⁻⁻m V² 2kT dV ਬਣ ਗਿਆ। ਹੁਣ ਇੱਥੇ ਬੇਟਾ n ਪਿਆ, ਇਹ n ਨੂੰ ਤੁਸੀਂ ਨੀਚੇ ਲਿਆਓ। n ਤਾਂ ਹੈ ਟੋਟਲ ਨੰਬਰ ਆਫ ਪਾਰਟੀਕਲਸ। NV dV ਕੀ ਹੈ, ਉਹ ਪਾਰਟੀਕਲਸ ਜਿਨ੍ਹਾਂ ਦੀ ਸਪੀਡ ਇੱਕ ਪਾਰਟੀਕੂਲਰ ਰੇਂਜ 'ਚ ਹੈ। ਇਹਦਾ ਮਤਲਬ ਇਹ ਸਾਡੇ ਤਾਂ ਹੋ ਗਏ ਕੁਝ ਪਾਰਟੀਕੂਲਰ ਪਾਰਟੀਕਲਸ, ਮਤਲਬ ਜਿਵੇਂ ਆਪਾਂ ਬੋਲਦੇ ਹਾਂ ਫੇਵਰੇਬਲ ਕੇਸਿਸ। ਨੀਚੇ ਕੀ ਆ ਗਿਆ, ਟੋਟਲ ਆ ਗਿਆ। ਦੈਟ ਮੀਨਸ ਕਿ ਇਸ ਟਰਮ ਨੂੰ ਅਸੀਂ ਲਿਖ ਸਕਦੇ ਹਾਂ ਪ੍ਰੋਬੇਬਿਲਿਟੀ। ਕਾਹਦੀ ਪ੍ਰੋਬੇਬਿਲਿਟੀ, ਉਹ ਪ੍ਰੋਬੇਬਿਲਿਟੀ ਉਹਨਾਂ ਪਾਰਟੀਕਲਸ ਦੀ ਡਿਸਟ੍ਰੀਬਿਊਸ਼ਨ ਦੀ ਜਿਨ੍ਹਾਂ ਦੀ ਸਪੀਡ ਇੱਕ ਰੇਂਜ 'ਚ ਲਾਈ ਕਰ ਰਹੀ ਹੈ, ਦੈਟ ਰੇਂਜ ਇਜ਼ V to V + dV। ਤਾਂ NV dV / n ਨੂੰ ਆਪਾਂ ਕੀ ਲਿਖ ਸਕਦੇ ਹਾਂ, ਪ੍ਰੋਬੇਬਿਲਿਟੀ ਲਿਖ ਸਕਦੇ ਹਾਂ। ਤੇ ਇੱਥੋਂ ਆਪਾਂ ਨੂੰ ਪ੍ਰੋਬੇਬਿਲਿਟੀ ਦਾ ਐਕਸਪ੍ਰੈਸ਼ਨ ਫਾਈਂਡ ਆਊਟ ਹੋ ਜਾਂਦਾ ਹੈ। ਮਤਲਬ ਉਹੀ ਇੱਕ ਆਰਟੀਕਲ ਫਰਦਰ ਐਕਸਟੈਂਡ ਹੋ ਕੇ ਪ੍ਰੋਬੇਬਿਲਿਟੀ ਦੀ ਟਰਮ 'ਚ ਕਲੀਅਰ ਹੋ ਗਿਆ। ਨੈਕਸਟ ਬੇਟਾ ਤੁਹਾਡੀਆਂ ਬੁੱਕਸ ਦੇ ਵਿੱਚ ਇਸ ਆਰਟੀਕਲ ਦੇ ਖਤਮ ਹੋਣ ਤੋਂ ਇਮੀਡੀਏਟ ਇੱਕ ਨੂਮੈਰੀਕਲ ਦਿੱਤਾ ਹੋਇਆ ਹੈ। ਨੂਮੈਰੀਕਲ ਇੰਪੋਰਟੈਂਟ ਹੈ, ਇਹ ਨੰਬਰ ਆਫ ਟਾਈਮਸ ਇਹਦੇ ਨਾਲ ਰਿਲੇਟਡ ਨੂਮੈਰੀਕਲਸ ਪੇਪਰ 'ਚ ਆ ਜਾਂਦੇ ਨੇ। ਦੇਖੋ ਕਹਿੰਦਾ ਕੈਲਕੂਲੇਟ ਦਾ ਪ੍ਰੋਬੇਬਿਲਿਟੀ ਕੈਲਕੂਲੇਟ ਕਰਨੀ ਹੈ ਉਹ ਆਕਸੀਜਨ ਮੋਲੀਕਿਊਲਸ ਦੀ ਜਿਨ੍ਹਾਂ ਦੀ ਸਪੀਡ ਲਾਈ ਕਰਦੀ ਹੈ 100 to 100 m/s ਦੇ ਵਿੱਚ ਐਟ 200 ਕੈਲਵਿਨ। ਮਤਲਬ ਆਕਸੀਜਨ ਮੋਲੀਕਿਊਲਸ ਦੀ ਸਪੀਡ ਜਿਨ੍ਹਾਂ ਦੀ ਰੇਂਜ ਆਹ ਵਾਲੀ ਹੈ, ਸਪੀਡ ਦੀ ਰੇਂਜ ਗਿਵਨ ਹੈ 100 to 100। ਤਾਂ ਤੁਸੀਂ ਉਹਨਾਂ ਦੀ ਪ੍ਰੋਬੇਬਿਲਿਟੀ ਦੱਸੋ ਵੀ ਉਹਦੇ ਕੀ ਚਾਂਸਿਸ ਨੇ ਉਹਨਾਂ ਦੀ ਡਿਸਟ੍ਰੀਬਿਊਸ਼ਨ ਦੇ, ਪ੍ਰੋਬੇਬਿਲਿਟੀ ਦੇ। ਤਾਂ ਪ੍ਰੋਬੇਬਿਲਿਟੀ ਦਾ ਫਾਰਮੂਲਾ ਹੁਣੇ ਅਸੀਂ ਫਾਈਂਡ ਆਊਟ ਕਰਕੇ ਚੁੱਕੇ ਹਾਂ, √2πm / πkT 3/2 V² e⁻⁻m V² 2kT dV। ਦੇਖੋ ਇਹ ਬੇਟਾ ਸਾਰੇ ਫੈਕਟਰ ਕਾਂਸਟੈਂਟ ਨੇ। m ਕੀ ਹੈ, m ਮਾਸ ਹੈ ਆਕਸੀਜਨ ਮੋਲੀਕਿਊਲਸ ਦਾ, ਇਹ ਆਪਾਂ ਫਾਈਂਡ ਆਊਟ ਕਰ ਲਾਂਗੇ। ਸਪੀਡ ਆਪਾਂ ਨੂੰ ਗਿਵਨ ਹੈ, ਠੀਕ ਹੈ ਜੀ। ਟੈਂਪਰੇਚਰ ਗਿਵਨ ਹੈ, K ਬੋਲਟਜ਼ਮੈਨ ਕਾਂਸਟੈਂਟ ਹੈ, ਫਿਕਸ ਵੈਲਿਊ ਹੈ। DV ਕੀ ਹੈ, DV ਸਪੀਡ ਦੇ ਵਿੱਚ ਚੇਂਜ ਹੈ। ਉਹ ਚੇਂਜ ਆਪਾਂ ਕਿੱਥੋਂ ਕੈਲਕੂਲੇਟ ਕਰਾਂਗੇ, ਕਿਉਂਕਿ ਰੇਂਜ ਆਪਣੇ ਕੋਲ ਕੀ ਹੈ 100 to 100 ਹੈ। ਤਾਂ DV ਆਪਣੇ ਕੋਲ ਕੀ ਆ ਗਿਆ 101 -100 = 1 m/s ਆ ਗਿਆ। ਠੀਕ ਹੈ ਜੀ, V ਪਤਾ ਲੱਗ ਗਿਆ, DV ਪਤਾ ਲੱਗ ਗਿਆ, K ਬੋਲਟਜ਼ਮੈਨ ਕਾਂਸਟੈਂਟ 1.38 × 10⁻23 J/degree ਹੋ ਗਿਆ। ਉਸ ਤੋਂ ਬਾਅਦ ਰਹਿ ਗਿਆ m ਜਿਹੜਾ ਹੈ ਮਾਸ ਆਫ ਆਕਸੀਜਨ ਮੋਲੀਕਿਊਲ। ਇਹਨੂੰ ਕੱਢਣ ਦਾ ਕੀ ਮੈਥਡ ਹੁੰਦਾ, ਮੋਲੀਕੂਲਰ ਵੇਟ ਅਪੋਨ ਐਵੋਗੈਡਰੋ ਨੰਬਰ। ਮੋਲੀਕੂਲਰ ਵੇਟ ਕਿੰਨਾ ਆਕਸੀਜਨ ਮੋਲੀਕਿਊਲ ਦਾ 32 × 10⁻³ kg। ਤਾਂ ਇਹ ਵੈਲਿਊ ਬੇਟਾ ਇੱਥੇ ਪੁੱਟ ਕਰ ਦਿਓ ਮੋਲੀਕੂਲਰ ਵੇਟ 'ਚ, ਤੇ ਨੀਚੇ ਆਪਣੇ ਐਵੋਗੈਡਰੋ ਨੰਬਰ 6.02 × 10⁻23 ਆ ਗਿਆ। ਜੋ ਵੈਲਿਊ ਆਊਗੀ ਉਹ ਇੱਥੇ ਪੁੱਟ ਕਰ ਦਿਓ, ਕੈਲਕੂਲੇਸ਼ਨ ਕਰ ਲਓ, ਆਨਸਰ ਆ ਜਾਏਗਾ। ਉਸ ਤੋਂ ਬਾਅਦ ਨੈਕਸਟ ਹੈ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਆਫ ਮੈਕਸਵੈਲ ਬੋਲਟਜ਼ਮੈਨ ਸਪੀਡ ਡਿਸਟ੍ਰੀਬਿਊਸ਼ਨ। ਦੇਖੋ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਕੀ ਹੈ, ਜਿਹੜਾ ਆਪਾਂ ਨੇ ਫਾਰਮੂਲਾ ਫਾਈਂਡ ਆਊਟ ਕੀਤਾ ਹੈ, ਇਹ ਫਾਰਮੂਲਾ ਕੀ ਹੈ, ਉਹ ਪਾਰਟੀਕਲਸ ਦੀ ਡਿਸਟ੍ਰੀਬਿਊਸ਼ਨ ਹੈ ਇੱਕ ਸਪੀਡ ਦੀ ਰੇਂਜ 'ਚ।
ਉਹ ਡਿਸਟ੍ਰੀਬਿਊਸ਼ਨ ਕੀ ਆਈ ਸੀ ਬੇਟਾ, ਨੈਟ ਫਾਰਮੂਲਾ ਇਹ ਬਣਿਆ ਸੀ √2πn m/π/kt 3/2 v ਸਕੁਅਰ e⁻m(v²/2kt /dv। ਤਾਂ ਅਗਰ ਤੁਸੀਂ ਇਹਨੂੰ ਦੇਖੋ, ਇੱਥੇ ਜਿਹੜੇ ਪਾਰਟੀਕਲਸ ਦੀ ਵੈਲਿਊ ਵੇਰੀ ਕਰ ਰਹੀ ਹੈ, ਪਾਰਟੀਕਲਸ ਦੀ ਜਿਹੜੀ ਵੈਲਿਊ ਵੇਰੀ ਕਰ ਰਹੀ ਹੈ NV/dV ਦੀ ਵੈਲਿਊ, ਆ ਤਾਂ ਸਾਰਾ ਕਾਂਸਟੈਂਟ ਹੈ, ਮਾਸ ਫਿਕਸ ਹੋਊਗਾ ਪਾਰਟੀਕੂਲਰ ਦਾ, ਕਲੀਅਰ ਹੈ। NV/dV ਵੇਰੀ ਕਰ ਰਹੇ v ਸਕੁਅਰ ਤੇ e⁻m(v²/2kt /dv। ਆ ਆਪਣੇ ਕੋਲ ਪਿਆ, ਕਲੀਅਰ ਹੈ। ਚਲੋ dV ਨਾਲ dV ਵੀ ਕੈਂਸਲ ਹੋ ਗਿਆ। ਹੁਣ ਦੈਟ ਮੀਨਸ ਕਿ ਜਿਹੜੀ ਵੇਰੀਏਸ਼ਨ ਹੋ ਰਹੀ ਹੈ ਨੰਬਰ ਆਫ ਪਾਰਟੀਕਲਸ ਦੀ, ਉਹ v ਦੇ ਵਿਦ ਰਿਸਪੈਕਟ ਹੋ ਰਹੀ ਹੈ ਕਿ v ਹੀ ਇਹਦੇ 'ਚ ਚੇਂਜ ਹੋਣਾ, ਸਪੀਡ ਨਹੀਂ ਚੇਂਜ ਹੋਣਾ, ਸਪੀਡ ਘਟੂਗੀ ਵਧੂਗੀ, ਤਾਂ ਉਹਦੇ ਨਾਲ ਡਿਸਟ੍ਰੀਬਿਊਸ਼ਨ 'ਤੇ ਕੀ ਇਫੈਕਟ ਪਊਗਾ। ਤਾਂ ਫਸਟ ਪੁਆਇੰਟ ਹੈ ਕਿ ਅਗਰ ਲੋ ਸਪੀਡ ਹੈ, ਇਫ ਦਾ ਸਪੀਡ ਇਜ਼ ਲੋ, ਸਪੀਡ ਲੋ ਹੈ, ਲੋ ਹੋਣ ਦਾ ਕੀ ਮਤਲਬ ਹੈ, ਦੇਖੋ ਬੇਟਾ ਇੱਥੇ ਦੋ ਟਰਮਸ ਨੇ ਤੁਹਾਡੇ ਕੋਲ। ਲੋ ਸਪੀਡ ਦਾ ਮਤਲਬ ਹੈ ਕਿ mv²/2kt ਦੀ ਵੈਲਿਊ ਮਚ ਲੈਸ ਦੈਨ 1 ਹੋਊਗੀ। ਕਿਉਂ ਹੋਊਗੀ? ਕਿਉਂਕਿ ਲੋ ਸਪੀਡ ਦਾ ਮਤਲਬ ਹੈ ਕਿ ਉਹਦਾ ਜਿਹੜਾ ਸਕੇਅਰ ਹੋਊਗਾ ਉਹ ਬੇਟਾ ਹੋਰ ਜ਼ਿਆਦਾ ਲੋ ਹੋ ਜਾਊਗਾ। ਮੀਨਸ ਮੰਨ ਲਓ ਮੈਂ ਕਹਾਂ ਵੀ 1/2 ਵੈਲਿਊ ਹੈ, 0.5 ਹੈ, ਉਹਦਾ ਮੈਂ ਸਕੇਅਰ ਕਰਤਾ, ਉਹ 1/4 ਬਣ ਗਿਆ, ਉਹ ਵੈਲਿਊ ਹੋਰ ਘਟ ਗਈ, ਕਲੀਅਰ ਹੈ। ਤਾਂ ਇੱਥੇ ਜਿਹੜਾ ਇਸ ਵੈਲਿਊ ਦਾ ਆਨਸਰ ਆਊਗਾ ਉਹ ਲੈਸ ਦੈਨ 1 ਹੋਊਗਾ। ਜੇ ਇਹ ਵੈਲਿਊ ਲੈਸ ਦੈਨ 1 ਹੈ, ਮੰਨ ਲਓ ਮੈਂ ਕਹਤਾ ਕਿ ਸਪੋਜ਼ 0 ਹੀ ਕਰਤਾ, ਕਿ ਅਗਰ 0 ਵੈਲਿਊ ਹੈ ਤਾਂ ਫਿਰ ਜਿਹੜੀ ਆਪਣੀ ਐਕਸਪੋਨੈਂਸ਼ੀਅਲ ਟਰਮ ਹੈ, ਐਕਸਪੋਨੈਂਸ਼ੀਅਲ ਟਰਮ ਦੇ ਬੇਟਾ ਉਰੇ ਮਾਈਨਸ ਹੈ, ਤਾਂ ਉਹ ਐਕਸਪੋਨੈਂਸ਼ੀਅਲ ਟਰਮ ਦਾ ਮਤਲਬ ਹੈ 1/e⁻m²/2kt। 0 ਹੋ ਗਿਆ, ਸਾਰਾ 0 ਹੋ ਗਿਆ, ਇਹ ਅਪਰੋਕਸੀਮੇਟਲੀ ਕੀ ਆ ਗਿਆ, 1 ਦੇ ਇਕੁਇਵਲੈਂਟ ਆ ਗਿਆ। ਕਹਿਣ ਦਾ ਮਤਲਬ ਹੈ ਕਿ ਤੁਸੀਂ v ਦੀਆਂ ਜਦੋਂ ਇੱਥੇ ਇੱਕ ਰੇਂਜ 'ਚ ਵੈਲਿਊਜ਼ ਪੁੱਟ ਕਰੋਗੇ ਤਾਂ ਜਿਹੜੀ ਐਕਸਪੋਨੈਂਸ਼ੀਅਲ ਵਾਲੀ ਟਰਮ ਹੈ ਉਹਦੀ ਵੈਲਿਊ ਤਾਂ 1 ਦੇ ਨੇੜੇ ਤੇੜੇ ਰਹੂਗੀ। ਆ ਐਕਸਪੋਨੈਂਸ਼ੀਅਲ ਦੀ ਵੈਲਿਊ 1 ਦੇ ਨੇੜੇ ਤੇੜੇ ਰਹੂਗੀ। ਇਹਦਾ ਮਤਲਬ ਨੰਬਰ ਆਫ ਪਾਰਟੀਕਲਸ ਤੇ ਮੇਨ ਇਫੈਕਟ ਜਿਹੜਾ ਹੋਊਗਾ ਉਹ v ਸਕੁਅਰ ਦਾ ਹੋਊਗਾ। ਇਹ ਜਿਹੜਾ v ਸਕੁਅਰ ਹੈ ਇੱਕ ਪੈਰਾਬੋਲਿਕ ਫੰਕਸ਼ਨ ਦੀ ਤਰ੍ਹਾਂ ਐਕਟ ਕਰੂਗਾ ਤੇ ਇਹਦਾ ਜਿਹੜਾ ਗ੍ਰਾਫ ਹੈ ਫਿਰ ਉਹ ਅਪ ਜਾਊਗਾ, ਪੈਰਾਬੋਲਾ ਦੀ ਤਰ੍ਹਾਂ ਅਪ ਜਾਊਗਾ, ਕਲੀਅਰ ਹੈ। ਹੁਣ ਨੈਕਸਟ ਕੀ ਹੈ ਕਿ ਜਦੋਂ ਆਪਾਂ ਸਪੀਡ ਇਨਕਰੀਜ਼ ਕਰਦੇ ਹਾਂ, ਦੇਖੋ ਆਪਣਾ ਗ੍ਰਾਫ ਜਿਹੜਾ ਬਣਿਆ ਹੋਇਆ ਹੈ ਐਕਸ ਐਕਸਿਸ ਤੇ v ਹੈ, ਵਾਈ ਐਕਸਿਸ ਤੇ ਨੰਬਰ ਆਫ ਪਾਰਟੀਕਲਸ ਨੇ ਇੱਕ ਪਾਰਟੀਕੂਲਰ ਰੇਂਜ 'ਚ। ਹੁਣ ਸਪੀਡ ਅਗਰ ਇਨਕਰੀਜ਼ ਹੋ ਰਹੀ ਹੈ, ਲੋ ਸਪੀਡ ਤੇ ਤਾਂ ਆਪਾਂ ਦੇਖ ਲਿਆ, ਲੋ ਸਪੀਡ ਤੇ ਇਹਨਾਂ ਦੋਨਾਂ ਟਰਮਸ 'ਚੋਂ ਇਸ ਟਰਮ ਦਾ ਇਫੈਕਟ ਜ਼ਿਆਦਾ ਹੈ, ਪਰ ਜਿਵੇਂ ਜਿਵੇਂ ਤੁਸੀਂ ਹਾਈ ਸਪੀਡ ਤੇ ਜਾਓਗੇ ਇਹ ਵਾਲਾ ਜਿਹੜਾ ਫੈਕਟਰ ਹੈ ਫਿਰ ਇਹ ਇਨਕਰੀਜ਼ ਹੋਣਾ ਸ਼ੁਰੂ ਹੋ ਜਾਊਗਾ। ਇਹਦੇ ਇਨਕਰੀਜ਼ ਹੋਣ ਦਾ ਮਤਲਬ ਕੀ ਹੈ ਕਿ ਫਿਰ ਤੁਹਾਨੂੰ ਆਹ ਵੈਲਿਊ ਬੇਟਾ ਇਨਕਰੀਜ਼ ਹੋ ਰਹੀ ਹੈ। ਇਨਕਰੀਜ਼ ਦਾ ਮਤਲਬ ਹੈ ਕਿ ਨੀਚੇ ਜਿਹੜੀ ਵੈਲਿਊ ਹੈ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ। ਇਨਕਰੀਜ਼ ਹੋਣ ਦੇ ਨਾਲ ਕੀ ਹੋਣਾ ਹੈ ਐਕਚੁਅਲੀ 'ਚ, ਬਟ ਉਰੇ ਕੀ ਹੈ, ਉਰੇ ਮਾਈਨਸ ਸਾਈਨ ਸੀਗਾ, ਉਰੇ ਮਾਈਨਸ ਸਾਈਨ ਹੋਣ ਕਰਕੇ ਡੋਮੀਨੇਟ ਕਰੂਗੀ। ਡੋਮੀਨੇਟ ਕਰਨ ਦਾ ਮਤਲਬ ਹੈ ਕਿ ਹੁਣ ਇਸ ਟਰਮ ਦਾ ਇਫੈਕਟ ਜ਼ਿਆਦਾ ਹੋਊਗਾ ਕੰਪੈरेटिवली ਟੂ ਦਿਸ ਟਰਮ, ਤੇ ਤੁਹਾਡਾ ਜਿਹੜਾ ਗ੍ਰਾਫ ਹੈ ਉਹ ਐਕਸਪੋਨੈਂਸ਼ੀਅਲੀ ਨਾਟ ਪੈਰਾਬੋਲਿਕ, ਇਟਸ ਐਕਸਪੋਨੈਂਸ਼ੀਅਲੀ, ਦੇਖੋ ਬੇਟਾ ਸਿਮੈਟ੍ਰੀਕਲ ਨਹੀਂ ਹੈ ਗ੍ਰਾਫ, ਇਹ ਐਕਸਪੋਨੈਂਸ਼ੀਅਲੀ ਫਿਰ ਵੈਲਿਊ ਕੀ ਹੋਊਗੀ, ਡਿਕਰੀਜ਼ ਹੋ ਜੂਗੀ। ਕਹਿਣ ਦਾ ਮਤਲਬ ਹੈ ਲੋ ਸਪੀਡ ਤੇ v ਸਕੁਅਰ ਦੇ ਅਕੋਰਡਿੰਗ ਮੂਵਮੈਂਟ ਹੋਊਗੀ, ਹਾਈ ਸਪੀਡ ਤੇ ਐਕਸਪੋਨੈਂਸ਼ੀਅਲ ਟਰਮ ਇਹਨੂੰ ਡੋਮੀਨੇਟ ਕਰਨ ਲੱਗ ਜੂਗੀ, ਇਹਦਾ ਇਫੈਕਟ ਜ਼ਿਆਦਾ ਹੋਊਗਾ, ਤਾਂ ਗ੍ਰਾਫ ਹੈ ਜਿਹੜਾ ਉਹ ਨੀਚੇ ਜਾਊਗਾ, ਕਲੀਅਰ ਹੈ। ਉਸ ਤੋਂ ਬਾਅਦ ਬੇਟਾ ਇਸ ਗ੍ਰਾਫ 'ਚ ਜੇ ਤੁਸੀਂ ਧਿਆਨ ਨਾਲ ਦੇਖੋ ਟੈਂਪਰੇਚਰ ਗਿਵਨ ਹੈ, ਦੋ ਕਰਵਸ ਬਣੀਆਂ ਹੋਈਆਂ ਨੇ, T' ਜ਼ਿਆਦਾ ਹੈ, ਇੱਕ ਹਾਈ ਟੈਂਪਰੇਚਰ ਤੇ ਬਣੀ ਹੋਈ ਹੈ, ਇੱਕ ਲੋ ਟੈਂਪਰੇਚਰ ਤੇ ਬਣੀ ਹੋਈ ਹੈ। ਹਾਈ ਟੈਂਪਰੇਚਰ ਤੇ ਜਿਹੜੀ ਕਰਵ ਹੈ ਉਹ ਆਪਣੀ ਨੀਚੇ ਚਲੀ ਗਈ। ਟੈਂਪਰੇਚਰ ਜ਼ਿਆਦਾ ਹੋਣ ਦੇ ਨਾਲ ਕੀ ਹੋਊਗਾ, ਪਾਰਟੀਕਲਸ ਦੀ ਜਿਹੜੀ ਸਪੀਡ ਹੈ ਉਹ ਇਨਕਰੀਜ਼ ਹੋ ਜੂਗੀ, ਕਿਉਂਕਿ ਆਪਾਂ એનર્ਜੀ ਟੈਂਪਰੇਚਰ ਪ੍ਰੋਵਾਈਡ ਕਰ ਰਹੇ ਹਾਂ ਬੇਟਾ। ਟੈਂਪਰੇਚਰ ਪ੍ਰੋਵਾਈਡ ਕਰਨ ਦਾ ਮਤਲਬ ਹੈ ਗੈਸ ਮੋਲੀਕਿਊਲਸ ਦਾ ਜਿਹੜਾ ਸਿਸਟਮ ਹੈ ਉਹ ਜ਼ਿਆਦਾ ਵਾਈਬ੍ਰੇਸ਼ਨਸ ਵੱਲ ਜਾਊਗਾ ਤੇ ਉਹਦੇ ਪਾਰਟੀਕਲਸ ਦੀ ਜਿਹੜੀ ਸਪੀਡ ਹੈ ਉਹ ਇਨਕਰੀਜ਼ ਹੋ ਜੂਗੀ ਤੇ ਗ੍ਰਾਫ ਡਾਊਨ ਆ ਜੂਗਾ। ਪਰ ਇਹ ਦੋਨਾਂ ਕਰਵਸ ਦਾ ਏਰੀਆ ਸੇਮ ਰਹੂਗਾ। ਉਹਦਾ ਰੀਜ਼ਨ ਹੈ ਕਿ ਇਹਦੇ ਏਰੀਆ ਤੋਂ ਆਪਾਂ ਨੰਬਰ ਆਫ ਪਾਰਟੀਕਲਸ ਕੱਢ ਰਹੇ ਆ, ਤਾਂ ਟੋਟਲ ਨੰਬਰ ਆਫ ਪਾਰਟੀਕਲਸ ਤਾਂ ਚੇਂਜ ਨਹੀਂ ਹੁੰਦੇ, ਤਾਂ ਇਹ ਏਰੀਆ ਜਿਹੜਾ ਹੈ ਉਹ ਸੇਮ ਰਹੂਗਾ। ਨੈਕਸਟ ਹੈ ਇਫੈਕਟ ਆਫ ਮੋਲੀਕੂਲਰ ਮਾਸ। ਦੇਖੋ ਮੋਲੀਕੂਲਰ ਮਾਸ ਵੈਸੇ ਆਪਾਂ ਇਹ ਆਰਟੀਕਲ ਅੱਗੇ ਕਰਨੇ ਆ ਬੇਟਾ, ਨੈਕਸਟ ਲੈਕਚਰ 'ਚ ਕਰਵਾਉਣਾ ਸੀ ਮੈਂ।
ਬਸ ਇੱਥੇ ਧਿਆਨ ਰੱਖੋ ਕਿ ਜਿਹੜੀ ਸਪੀਡ ਹੈ ਗੈਸ ਮੋਲੀਕਿਊਲਸ ਦੀ ਮੋਸਟ ਪ੍ਰੋਬੇਬਲ ਸਪੀਡ ਹੈ, ਚਾਹੇ ਉਹ ਐਵਰੇਜ ਸਪੀਡ ਹੈ, ਚਾਹੇ ਰੂਟ ਮੀਨ ਸਕੁਅਰ ਹੈ, ਉਹ ਇਨਵਰਸਲੀ ਪ੍ਰਪੋਰਸ਼ਨਲ ਟੂ ਮਾਸ ਹੈ। ਇਨਵਰਸਲੀ ਪ੍ਰਪੋਰਸ਼ਨਲ ਟੂ ਮਾਸ। ਇਨਵਰਸਲੀ ਪ੍ਰਪੋਰਸ਼ਨਲ ਦਾ ਮਤਲਬ ਹੈ ਕਿ ਜੇ ਮਾਸ ਜ਼ਿਆਦਾ ਹੋਊਗਾ ਤਾਂ ਸਪੀਡ ਘਟੂਗੀ। ਜਿਵੇਂ ਹੁਣ ਇੱਥੇ ਦੇਖੋ 2 ਆਕਸੀਜਨ ਤੇ ਹਾਈਡਰੋਜਨ ਦੇ ਲਈ ਕਰਵ ਡਰਾ ਕੀਤੀ ਹੋਈ ਹੈ। ਹਾਈਡਰੋਜਨ ਦੀ ਕਰਵ ਜਿਹੜੀ ਹੈ ਉਹ ਜ਼ਿਆਦਾ ਸਪੀਡ ਵੱਲ ਜਾ ਰਹੀ ਹੈ, ਆਕਸੀਜਨ ਦੀ ਕਰਵ ਜਿਹੜੀ ਹੈ ਉਹ ਜਸਟ ਲਾਈਕ ਦਿਸ, ਉਹਦੀ ਸਪੀਡ ਘੱਟ ਹੈ। ਦੇਖੋ ਇੱਥੇ ਹੀ ਖਤਮ ਹੋ ਗਈ। ਹਾਈਡਰੋਜਨ ਦਾ ਮਾਸ ਆਕਸੀਜਨ ਦੇ ਨਾਲੋਂ ਘੱਟ ਹੈ, ਤਾਂ ਹਾਈਡਰੋਜਨ ਦੇ ਪਾਰਟੀਕਲਸ ਦੀ ਸੇਮ ਟੈਂਪਰੇਚਰ, ਅਗਰ ਤੁਸੀਂ ਸੇਮ ਟੈਂਪਰੇਚਰ 'ਤੇ ਓਬਜ਼ਰਵ ਕਰ ਰਹੇ ਹੋ ਤਾਂ ਹਾਈਡਰੋਜਨ ਦੇ ਪਾਰਟੀਕਲਸ ਦੀ ਸਪੀਡ ਕੀ ਹੋਊਗੀ, ਜ਼ਿਆਦਾ ਹੋਊਗੀ। ਉਹਦਾ ਰੀਜ਼ਨ ਹੈ ਕਿ ਮਾਸ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਸਪੀਡ। ਮਾਸ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਸਪੀਡ। ਸੋ ਇੱਥੇ ਬੇਟਾ ਮੈਂ ਲੈਕਚਰ ਖਤਮ ਕਰ ਰਹੀ ਹਾਂ ਇਹ। ਥੈਂਕਸ।